दिस इज वोट फॉर चेंज। ਇਹ ਚੇਂਜ ਵਾਸਤੇ ਵੋਟ ਹੈ। ਦਿਸ ਇਜ਼ ਵੋਟ। ਲੋਕ ਪਿਛਲੇ 20 ਸਾਲਾਂ ਤੋਂ ਦੇਖ ਰਹੇ ਸੀ, ਨਾ ਕਾਂਗਰਸ ਨੇ ਕੁਝ ਕੀਤਾ, ਨਾ ਅਕਾਲੀ ਦਲ ਤੋਂ ਕੁਝ ਕਰ ਹੋਇਆ। ਸੋ 20 ਸਾਲਾਂ ਤੋਂ ਜੋ ਲਗਾਤਾਰ ਲੋਕਾਂ ਦੀ ਉਮੀਦ ਸੀਗੀ ਕਿ ਹੁਣ ਅਸੀਂ ਬਦਲਾਵ ਦੀ ਰਾਜਨੀਤੀ ਚਾਹੁੰਦੇ ਆ, ਅਸੀਂ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੁੰਦੇ ਆ। ਸੋ ਨੰਬਰ 1 ਰੀਜ਼ਨ ਜਿਹੜਾ ਹੈ ਇੰਨੀ ਵੱਡੀ ਮੈਸਿਵ ਸਪੋਰਟ ਮਿਲੀ ਹੈ, ਦਿਸ ਇਜ਼ ਵੋਟ ਫॉर ਚੇਂਜ। ਬਾਕੀ ਸਭ ਫੈਕਟਰਸ ਬਾਅਦ ਚ ਨੇ, ਭਗਵੰਤ ਮਾਨ ਸਾਹਿਬ ਦਾ ਪਰਫਾਰਮੈਂਸ, ਆਮ ਆਦਮੀ ਪਾਰਟੀ ਦੀ ਗੱਲ, ਇਹ ਸਾਰੀਆਂ ਚੀਜ਼ਾਂ ਬਾਅਦ ਚ ਹੈ। ਸੋ ਨੰਬਰ 1 ਫੈਕਟਰ ਜਿਹੜਾ ਹੈ ਦਿਸ ਇਜ਼ ਵੋਟ ਫॉर ਚੇਂਜ। ਨੰਬਰ 2, ਦੂਸਰੇ ਨੰਬਰ ਦੇ ਉੱਤੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੈ ਐਜ਼ ਐਨ ਓਨੈਸਟ ਬ੍ਰਾਂਡ। ਸੋ ਅਰਵਿੰਦ ਕੇਜਰੀਵਾਲ ਦੀ ਐਸਟੈਬਲਿਸ਼ਮੈਂਟ ਐਜ਼ ਐਨ ਓਨੈਸਟ ਬ੍ਰਾਂਡ, ਦਿੱਲੀ ਮਾਡਲ ਹੋਣ ਤੇ ਨਵਾਂ ਨਾਮ ਉਹਨਾਂ ਨੇ ਦੇਣਾ ਸ਼ੁਰੂ ਕਰ ਦਿੱਤਾ ਇਹਨੂੰ, ਕੇਜਰੀਵਾਲ ਮਾਡਲ। मैं मनीष सिसोदिया साहब के बयान सुन रहा सीगा कि ये केजरीवाल मॉडल अब नेशनल लेवल पर जाएगा। राघव चड्ढा साहब कह रहे हैं कि अरविंद केजरीवाल अब प्रधानमंत्री के दावेदार है। ठीक है, आप उस पर डिबेट कर सकते हो सही है या गलत है, लेकिन हुण की हो रहा है कि हुण उन्होंने अपने आप को एज ए नैशनल लीडर इस्टैबलिश करना शुरू कर दिता है। सो ਇਹਦੇ ਵਿੱਚ ਨੰਬਰ 1 ਫੈਕਟਰ ਵੋਟ ਫॉर ਚੇਂਜ। ਨੰਬਰ 2, ਕੇਜਰੀਵਾਲ ਹੈਜ਼ ਐਸਟੈਬਲਿਸ਼ਡ ਇਟਸੈਲਫ ਐਜ਼ ਓਨੈਸਟ ਲੀਡਰ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬਿਲਕੁਲ ਮਹਿਸੂਸ ਹੋ ਰਿਹਾ ਸੀਗਾ ਕਿ ਹੋਰ ਕੋਈ ਸਾਡੇ ਕੋਲ ਬਦਲ ਨਹੀਂ ਹੈ। 10 ਸਾਲ ਉਹਨਾਂ ਨੂੰ ਦਿੱਤੇ, 10 ਸਾਲ ਇਹਨਾਂ ਨੂੰ ਦਿੱਤੇ, ਕੋਈ ਫਾਇਦਾ ਨਹੀਂ ਹੋਇਆ। ਸੋ ਇਹ ਦੂਸਰਾ ਫੈਕਟਰ ਹੈ ਕੇਜਰੀਵਾਲ ਦਾ, ਐਸਟੈਬਲਿਸ਼ ਐਜ਼ ਓਨੈਸਟ ਲੀਡਰ। ਨੰਬਰ 3 ਤੇ ਜੇ ਪੰਜਾਬ ਦੇ ਵਿੱਚ ਵੀ ਕੋਈ ਐਸਾ ਲੀਡਰ ਲੈ ਆਉਂਦੇ, ਜੇ ਕਿਤੇ ਦਾਗੀ ਹੁੰਦਾ ਜਾਂ ਐਲੀਗੇਸ਼ਨਸ ਹੁੰਦੇ, ਉਹ ਵੀ ਇੱਕ ਫੈਕਟਰ ਹੋ ਸਕਦਾ ਸੀ, ਪਰ ਉਹ ਵੀ ਨਹੀਂ ਹੋਇਆ। ਉਹਨਾਂ ਨੇ ਭਗਵੰਤ ਮਾਨ ਨੂੰ ਲਿਆ ਕੇ ਖੜਾ ਕਰ ਦਿੱਤਾ। ਹੁਣ ਤੁਸੀਂ ਇਹੀ ਕੋਈ ਰਿਵਾਇਤੀ ਲੀਡਰ ਲਿਆ ਕੇ ਖੜਾ ਕਰ ਦਿੰਦੇ, ਸ਼ਾਇਦ ਇੰਨੀ ਸਟਰੋਂਗ ਮੈਂਡੇਟ ਨਹੀਂ ਸੀ ਮਿਲਣੀ। ਸੋ ਭਗਵੰਤ ਮਾਨ ਦਾ ਤੀਸਰਾ ਬਾਕਸ ਟਿਕ ਹੋ ਗਿਆ। ਚੌਥਾ ਤੁਸੀਂ ਦੇਖੋ, ਚਾਹੇ ਗੁਰਦਾਸਪੁਰ ਲੈ ਲਓ ਜਾਂ ਤੁਸੀਂ ਮਜੀਠਾ ਲੈ ਲਓ। ਗੁਰਦਾਸਪੁਰ ਜਾਂ ਮਜੀਠਾ, ਜਿੱਥੇ ਵੱਡੇ ਬੰਦੇ ਦੂਸਰੀਆਂ ਪਾਰਟੀਆਂ ਤੋਂ ਲਿਆਏ, ਉੱਥੇ ਉਹਨਾਂ ਨੇ ਹਰਾ ਦਿੱਤੇ। ਲਾਲੀ ਮਜੀਠੇ ਤੋਂ ਹਾਰ ਗਿਆ, ਮਜੀਠੀਆ ਉਹਨਾਂ ਦੀ ਵਾਈਫ ਤੋਂ ਹਾਰ ਗਏ। ਗੁਰਨੀਤ ਮਜੀਠਾ ਜਿੱਤ ਗਈ ਉੱਥੋਂ। ਲਾਲੀ ਮਜੀਠੀਆ ਸਾਹਿਬ ਉੱਥੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਕੁਝ ਨਹੀਂ ਕਰ ਸਕੇ ਮਾਝੇ ਦੇ ਵਿੱਚ। ਉਧਰੋਂ ਗੁਰਦਾਸਪੁਰ ਦੇ ਵਿੱਚ ਇਹੀ ਹਾਲ ਹੋਇਆ। ਸੋ ਲੋਕਾਂ ਨੇ ਖੁਰ ਜੀ ਆਮ ਬੰਦਾ ਜਿਹੜਾ ਆ, ਆਮ ਆਦਮੀ ਜਿਹੜਾ ਉਹਨੂੰ ਉਹਨਾਂ ਨੇ ਵੋਟ ਕੀਤੀ ਕਿ ਜੇ ਕੋਈ ਆਮ ਬੰਦਾ ਖੜਾ ਹੋ ਰਿਹਾ ਹੈ। ਡਾਕਟਰ ਜੀਵਨਜੋਤ ਕੌਰ ਜੀ ਜਿਹੜੇ ਨੇ, ਉਹ ਦੋਨੋਂ ਉਹਨਾਂ ਦੇ ਸਾਹਮਣੇ ਬੜੇ ਖਿਲਾੜੀ ਸੀ। ਲਾਲੀ ਮਜੀਠੀਆ ਸਾਹਿਬ ਸਾਹਮਣੇ ਤਾਂ ਇੰਨੇ ਬੜੇ ਖਿਲਾੜੀ ਵੀ ਨਹੀਂ ਸੀਗੇ, ਲੇਕਿਨ ਉਹਦੇ ਬਾਵਜੂਦ ਡਾਕਟਰ ਜੀਵਨਜੋਤ ਕੌਰ ਜੀ ਜਿੱਤ ਜਾਂਦੇ ਨੇ। ਸੋ ਉਹਦਾ ਕਾਰਨ ਇਹ ਹੈ ਕਿ ਲੋਕਾਂ ਨੇ ਆਮ ਆਦਮੀ ਨੂੰ ਜਿਹੜੀ ਆ ਉਹ ਵੋਟ ਪਾਈ। ਅਗਲਾ ਕਾਰਨ ਕੀ ਹੈ? ਅਗਲਾ ਕਾਰਨ ਇਹ ਕਿ ਜਿਹੜੀ ਕਾਂਗਰਸ ਆ, ਕਾਂਗਰਸ ਦਾ ਤਾਂ ਦੇਖੋ, ਜਿਸ ਪਾਰਟੀ ਦਾ ਪ੍ਰਧਾਨ, ਚੌਥਾ ਕਾਰਨ ਸੁਣੋ ਹਾਰ ਦਾ ਕੀ ਕਾਰਨ ਹੈ ਔਰ ਇਹਦੀ ਇਹਨਾਂ ਦੀ ਮੈਸਿਵ ਜਿੱਤ ਦਾ ਕੀ ਕਾਰਨ ਹੈ। ਚੌਥਾ ਕਾਰਨ ਹੈ, ਜਿਸ ਦਾ ਪ੍ਰਧਾਨ ਆਪਣੀ ਸੀਟ ਤੋਂ ਇਲਾਵਾ ਸਿਰਫ ਆਪਣੇ ਇੱਕ ਸਾਥੀ ਸਮਿਤ ਸਿੰਘ ਦੀ ਸੀਟ ਤੇ ਕੈਂਪੇਨ ਕਰੇ। 117 ਦੇ ਵਿੱਚੋਂ ਪਹਿਲਾਂ 54 ਸੀਟਾਂ ਤੇ ਕੈਂਪੇਨ ਕੀਤਾ ਉਹਨਾਂ ਨੇ। ਜਦੋਂ ਚੀਫ ਮਿਨਿਸਟਰ ਨਹੀਂ ਐਲਾਨ ਹੋਇਆ ਸੀ, 54 ਸੀਟਾਂ ਤੇ ਕੈਂਪੇਨ ਕੀਤੀ ਉਹਨਾਂ ਨੇ। ਤੇ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰਫ 2 ਸੀਟਾਂ ਤੇ ਕੈਂਪੇਨ ਕਰਨ। ਤੁਸੀਂ ਦੱਸੋ ਮੈਨੂੰ, ਕੋਈ ਤਸਵੀਰ ਦਿਖਾ ਦਿਓ, ਕੋਈ ਵੀਡੀਓ ਦਿਖਾ ਦਿਓ ਜਿੱਥੇ ਨਵਜੋਤ ਸਿੰਘ ਸਿੱਧੂ ਸਾਹਿਬ ਕੈਂਪੇਨ ਕਰਦੇ ਤੁਹਾਨੂੰ ਨਜ਼ਰ ਆਉਣ। ਤੇ ਇਹਨਾਂ ਨੇ ਦਿਨ ਰਾਤ ਕੀਤੀ ਪਈ ਸੀਗੀ। ਭਗਵੰਤ ਮਾਨ ਸਾਹਿਬ ਨੇ, ਕੇਜਰੀਵਾਲ ਸਾਹਿਬ ਨੇ, ਮਨੀਸ਼ ਸਿਸੋਦੀਆ ਪਹੁੰਚੇ, ਰਾਘਵ ਚੱਡਾ ਜੀ ਉੱਥੇ ਪਹੁੰਚੇ ਨੇ, ਸਾਰੇ ਲੀਡਰਾਂ ਤੇ ਕੈਂਪੇਨ ਕਰ ਰਹੇ ਆ ਔਰ ਡੋਰ ਨੌਕਿੰਗ ਕਰ ਰਹੇ ਨੇ। ਉੱਥੇ ਦਾ ਪਾਰਟੀ ਦਾ ਪ੍ਰਧਾਨ ਹੀ ਘਰ ਦੇ ਵਿੱਚ ਬੈਠ ਗਿਆ ਜਾ ਕੇ। ਫਿਰ ਇੱਕ ਦੂਸਰੇ ਨੂੰ ਹਰਾਉਣ ਦੇ ਚੱਕਰਾਂ 'ਚ ਸਭ ਲੱਗੇ ਹੋਏ ਸੀਗੇ। ਤੁਸੀਂ ਦੇਖੋ ਅੱਜ ਰਵਨੀਤ ਬਿੱਟੂ ਉਹਨਾਂ ਦਾ ਕੀ ਬਿਆਨ ਸੀਗਾ। ਉਹਨਾਂ ਨੇ ਕਿਹਾ ਜਾਓ ਜੀ, ਹੁਣ ਤੁਸੀਂ ਜਾ ਕੇ ਬੱਕਰੀਆਂ ਦੇ ਨਾਲ ਹੀ ਆਪਣਾ ਸਮੇਂ ਬਤੀਤ ਕਰੋ। ਹੁਣ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਡਿਟੇਲ ਦੇ ਵਿੱਚ ਕੀ ਉਹਨਾਂ ਨੇ ਕਿਹਾ ਉੱਥੇ, ਤੁਸੀਂ ਆਪ ਹੀ ਸੁਣ ਲਿਆ। ਰਵਨੀਤ ਬਿੱਟੂ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ ਆਪਣੇ ਚਰਨਜੀਤ ਸਿੰਘ ਚੰਨੀ ਸਾਹਿਬ ਲਈ। ਸੋ ਇਹਨਾਂ ਦੀ ਕਾਂਗਰਸ ਦੇ ਵਿੱਚ ਜਿਹੜੀ ਇਨਫਾਈਟਿੰਗ ਸੀਗੀ, ਉਹ ਚੌਥਾ ਫੈਕਟਰ ਪ੍ਰਧਾਨ ਬਣਿਆ। ਤੇ ਪੰਜਵਾਂ ਫੈਕਟਰ ਕਾਂਗਰਸ ਦੇ ਵਿੱਚ ਇਨਫਾਈਟਿੰਗ। ਸੋ ਚੌਥਾ ਔਰ ਪੰਜਵਾਂ ਫੈਕਟਰ ਕਾਂਗਰਸ ਆਪ ਹੈ। ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 3 ਸਟਰੈਂਥਸ ਨੇ, ਪਹਿਲੀਆਂ 3 ਸਟਰੈਂਥਸ ਆਮ ਆਦਮੀ ਪਾਰਟੀ ਦੀਆਂ, ਚੌਥਾ ਤੇ ਪੰਜਵਾਂ ਫੈਕਟਰ ਕਾਂਗਰਸ ਦੀ ਆਪਣੀ ਲੜਾਈ। 6ਵਾਂ ਫੈਕਟਰ, ਅਕਾਲੀ ਦਲ ਹੈਡ ਨਥਿੰਗ ਟੂ ਆਫਰ। ਅਕਾਲੀ ਦਲ ਕੋਲ ਲੋਕ ਕਿਉਂ ਜਾਂਦੇ? Here is a new party, ਆਮ ਆਦਮੀ ਪਾਰਟੀ ਇੱਕ ਐਸੀ ਨਵੀਂ ਪਾਰਟੀ ਹੈ which is capturing the imagination. Here is a new party, ਆਮ ਆਦਮੀ ਪਾਰਟੀ which is capturing the imagination of the aspiring curve of the new generation. ਇੱਕ ਨਵੀਂ ਜਨਰੇਸ਼ਨ ਆ ਗਈ ਹੈ ਜਿਹੜੀ ਕਹਿੰਦੀ ਸਾਨੂੰ ਧਰਮ, ਠੀਕ ਹੈ ਸਾਡੇ ਲਈ ਧਰਮ ਜ਼ਰੂਰੀ ਹੈ। ਪੰਜਾਬ ਦੀ ਅੱਜ ਦੀ, ਮੈਂ ਹੁਣ ਕੱਲ ਰਾਤ ਵੀ ਗੱਲ ਕਰਦਾ ਰਿਹਾ, ਅੱਜ ਦਿਨੇ ਵੀ ਗੱਲ ਕਰਦਾ ਰਿਹਾ, ਆਪਣੇ ਫਰੈਂਡਸ ਨਾਲ, ਹੋਰ ਕੋਈ ਉਹਨਾਂ ਦੇ ਬੱਚਿਆਂ ਦੀਆਂ ਗੱਲਾਂ ਵੀ ਸੁਣ ਰਿਹਾ। ਹੁਣ ਸਾਡੇ ਤੋਂ ਬਾਅਦ ਅਗਲੀ ਜਨਰੇਸ਼ਨ ਆ ਗਈ, ਉਹਨਾਂ ਦੀਆਂ ਗੱਲਾਂ ਵੀ ਸੁਣ ਰਿਹਾ ਸੀ। ਕੁਝ ਉਹਨਾਂ 'ਚ ਵੋਟ ਪਾਉਣ ਦਾ ਹੱਕ ਰੱਖ ਰਹੇ ਨੇ, ਕੁਝ ਹਜੇ 16-17 ਸਾਲ ਦੇ ਨੇ, ਉਹ ਆਪਣੇ ਪੇਰੈਂਟਸ ਨੂੰ ਕੀ ਕਹਿ ਰਹੇ ਨੇ, ਗੱਲ ਪਲੀਜ਼ ਸੁਣਨਾ। ਨਵੀਂ ਦੇਖੋ, ਮੈਂ ਬੜਾ ਉਲਟਾ ਚੀਜ਼ ਦੇਖ ਰਿਹਾ। ਸਾਡੇ ਇੱਥੇ ਕੈਨੇਡਾ 'ਚ ਆ ਕੇ ਥੋੜਾ ਜਿਹਾ ਧਰਮ, ਜਾਤ ਪਾਤ ਦੀਆਂ ਗੱਲਾਂ ਮੈਂ ਇੱਥੇ ਕੈਨੇਡਾ 'ਚ ਜ਼ਿਆਦਾ ਦੇਖਦਾ। ਕੈਨੇਡਾ 'ਚ, ਇੰਡੀਆ 'ਚੋਂ ਕਹਿੰਦੇ ਜਿਹੜੀ ਨਵੀਂ ਜਨਰੇਸ਼ਨ ਉਹ ਕਹਿੰਦੀ ਜੀ ਸਾਨੂੰ ਇਹ ਤੋਂ ਕੀ ਲੈਣਾ। ਜਿਹੜੇ ਹੁਣ ਉੱਥੇ ਦੇ ਸਾਡੇ ਇੰਡੀਆ 'ਚ ਮੈਂ ਫੋਨ ਕਰਦਾ, ਉਹ ਕਹਿੰਦੇ ਜੀ ਅਸੀਂ ਜੱਟ ਆ,
ਅਸੀਂ ਰਾਜਪੂਤ ਹੈ, ਇਹ ਸਾਡਾ ਆਪਣਾ ਬਿਜ਼ਨਸ ਹੈ, ਅਸੀਂ ਕੀ ਲੈਣਾ। ਉਹ ਬਾਣੀਆਂ ਆ, ਬਨੀਆਂ ਆ, ਕੇਜਰੀਵਾਲ ਆ, ਕਾਲਾ ਆ, ਗੋਰਾ ਆ, ਉਹਨੂੰ ਤੁਸੀਂ ਕਦੇ ਕਾਲਾ ਕਹਿੰਦੇ ਹੋ, ਕਦੀ ਤੁਸੀਂ ਉਹਨੂੰ ਬਾਣੀਆਂ ਕਹਿੰਦੇ ਹੋ, ਕਦੀ ਤੁਸੀਂ ਉਹਨੂੰ ਭਈਆ ਕਹਿੰਦੇ ਹੋ, ਕਦੇ ਹਿੰਦੂ ਹੈ, ਅਸੀਂ ਕੀ ਲੈਣਾ। ਕੇਜਰੀਵਾਲ ਉੱਥੇ ਕੰਮ ਠੀਕ ਕਰ ਰਿਹਾ, ਇੱਥੇ ਅਸੀਂ ਇੱਕ ਵਾਰੀ ਟਰਾਈ ਕਰੀਏ। ਇਹ ਨਵੀਂ ਜਨਰੇਸ਼ਨ ਜਿਹੜੀ ਆ ਰਹੀ ਹੈ ਉਹਨਾਂ ਦੀ ਔਰ ਕੇਜਰੀਵਾਲ ਕੌਣ ਹੈ ਅਸੀਂ ਇਹ ਭੁੱਲ ਰਹੇ ਹਾਂ ਦੁਬਾਰਾ। ਨਵੀਂ ਜਨਰੇਸ਼ਨ ਉਹਨੂੰ ਰਿਲੇਟ ਕਰ ਰਹੀ ਹੈ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਹੈ। IIT ਸਾਡੀ ਜਨਰੇਸ਼ਨ ਜਦ ਅਸੀਂ ਯੰਗ ਹੁੰਦੇ ਸੀ, IIT ਦਾ ਇੰਜੀਨੀਅਰ ਜਦ ਆਉਂਦਾ ਸੀ, IAS ਕਿਸੇ ਨੇ ਕੀਤੀ ਹੋਵੇ, IPS ਕਿਸੇ ਨੇ ਕੀਤੀ ਹੋਵੇ, ਅਸੀਂ ਇੱਕ ਵਾਰ ਉਹਨਾਂ ਦੇ ਨਾਲ ਬੜੇ ਅਦਬ ਸਤਿਕਾਰ ਨਾਲ ਦੇਖੀਦਾ ਸੀ, ਵਾਹ ਜੀ ਵਾਹ ਕਿ ਕੋਈ ਬੰਦਾ ਆ ਰਿਹਾ। ਹੁਣ IG ਕੁੰਵਰ, ਵਿਜੇ ਪ੍ਰਤਾਪ ਸਾਹਿਬ ਵਰਗੇ ਜਿਹੜੇ ਪੜ੍ਹੇ ਲਿਖੇ ਸੂਝਵਾਨ ਬੰਦੇ ਇੱਥੇ ਜੁੜ ਰਹੇ ਨੇ। ਸੋ ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਦੇਖ ਰਹੀ ਹੈ ਕਿ ਸ਼ਾਇਦ ਸਾਡੀਆਂ, ਦੇਖੋ ਅੱਜ ਕੋਈ ਉੱਥੇ ਨੌਕਰੀ ਨਹੀਂ ਲੈਣਾ ਚਾਹੁੰਦਾ। ਇਹ ਗੱਲ ਮੇਰੀ ਮਾਰਕ ਕਰ ਲਓ ਜੀ, ਜੋ ਮੈਂ ਨਵੀਂ ਗੱਲ ਨੋਟਿਸ ਕਰ ਰਿਹਾ ਲੋਕਾਂ ਦੀ ਗੱਲਬਾਤ ਤੋਂ ਸੁਣ ਕੇ, ਉਹ ਨਹੀਂ ਕਹਿ ਰਹੇ। ਸਾਨੂੰ ਉਹ ਗੱਲ ਸੁਣਨੀ ਚਾਹੀਦੀ ਹੈ ਜਿਹੜੀ ਅੰਗਰੇਜ਼ੀ ਦੀ ਕਹਾਵਤ ਹੈ, ਰੀਡ ਬਿਟਵੀਨ ਦਾ ਲਾਈਨ। ਸਾਨੂੰ ਉਹ ਗੱਲ ਸੁਣਨੀ ਪੈਂਦੀ ਹੈ ਜੇ ਲੋਕ ਕਹਿਣਾ ਚਾਹੁੰਦੇ ਨੇ ਪਰ ਸ਼ਾਇਦ ਕਹਿ ਨਹੀਂ ਪਾ ਰਹੇ, ਬਿਕੋਜ਼ ਐਵਰੀਬਡੀ ਇਜ਼ ਨਾਟ ਦੈਟ ਗੁੱਡ ਐਟ ਆਰਟੀਕੂਲੇਟਿੰਗ ਵਾਟ ਦੇ ਹੈਵ ਟੂ ਸੇ। ਬਟ ਸਾਨੂੰ ਸੁਣਨੀ ਚਾਹੀਦੀ ਔਰ ਸਮਝਣੀ ਚਾਹੀਦੀ ਹੈ। ਪੱਤਰਕਾਰ ਨੂੰ ਵੀ ਸਮਝਣੀ ਚਾਹੀਦੀ ਹੈ, ਪੋਲੀਟੀਸ਼ੀਅਨ ਨੂੰ ਵੀ ਸਮਝਣੀ ਚਾਹੀਦੀ ਹੈ, ਬਿਜ਼ਨਸਮੈਨ ਨੂੰ ਵੀ ਸਮਝਣੀ ਚਾਹੀਦੀ ਹੈ। ਕੋਈ ਵੀ ਲੀਡ ਕਰ ਰਿਹਾ ਫੈਮਿਲੀ ਨੂੰ, ਉਹਨਾਂ ਨੂੰ ਸਭ ਨੂੰ ਸੁਣਨੀ ਚਾਹੀਦੀ ਔਰ ਸਮਝਣੀ ਚਾਹੀਦੀ। ਕਿਹੜੀ ਗੱਲ? ਪੰਜਾਬ ਦੇ ਵਿੱਚ ਹੁਣ ਜਿਹੜਾ ਨਵਾਂ ਯੂਥ ਹੈ, ਜੋ ਮੈਂ ਦਾ ਇਨਫਲੂਐਂਸ ਦੈਟ ਆਈ ਐਮ ਡਰਾਇੰਗ, ਉਹਨਾਂ ਨੂੰ ਨੌਕਰੀ ਨਹੀਂ ਚਾਹੀਦੀ, ਬਹੁਤ ਚੰਗਾ ਕੈਰੀਅਰ ਚਾਹੀਦਾ। ਤੁਸੀਂ ਉਹਨਾਂ ਨੂੰ ਕਹੋ ਜੀ ਤੁਹਾਨੂੰ ਆ 5000 ਦੀ 10000 ਦੀ ਨੌਕਰੀ ਦੇਤੀ, ਸਰਕਾਰੀ ਨੌਕਰੀ ਦੇਤੀ, ਉਹ ਪੇਰੈਂਟਸ ਦੇ ਦਰਦ ਨੂੰ ਕਿ ਹੋਰ ਕੁਝ ਨਹੀਂ ਮਿਲ ਰਿਹਾ, ਚੱਲ ਇੱਥੇ ਲੱਗ ਜਾ 5-10000 15,000 ਸਰਕਾਰੀ ਨੂੰ, ਕੁਝ ਵੀ ਲੱਗ ਜਾ ਤੂੰ। ਨਹੀਂ, ਉਹ ਡਰ ਨੂੰ ਸ਼ਾਇਦ ਕਰ ਲੈਣਗੇ। ਉਹਨਾਂ ਨੂੰ ਪੰਜਾਬ ਦੇ ਨਵੇਂ ਯੂਥ ਨੂੰ ਬ੍ਰਿਲੀਅੰਟ ਕੈਰੀਅਰ ਚਾਹੀਦਾ ਹੈ। The world has become a global village. Everything is there on their phone, whether it's through Insta, whether it's through Tinder or through TikTok or whatever means they're using. The world has become a global village. They want a brilliant career. ਔਰ ਜੇ ਉਹਨਾਂ ਨੂੰ ਉਹ ਬ੍ਰਿਲੀਅੰਟ ਕੈਰੀਅਰ ਕੋਈ ਨਹੀਂ ਲੀਡਰ ਦੇ ਸਕਦਾ ਤੇ ਫਿਰ ਉਹਨੂੰ ਉਹ ਬਦਲਣ ਦੇ ਵਿੱਚ ਹਿਚਕਿਚਾਹਟ ਨਹੀਂ ਮਹਿਸੂਸ ਕਰਨਗੇ। There are no loyalties attached now. ਇਹ ਪੰਜਾਬ ਦੀ ਜ਼ਮੀਨੀ ਹਕੀਕਤ, ਸ਼ਾਇਦ ਇਹ ਜਿਹੜੇ ਲੀਡਰ ਸੀਗੇ they are very much out of touch. ਸੋ ਯੂਥ ਜਿਹੜਾ ਉਹ ਪੁਸ਼ ਕਰ ਰਿਹਾ, ਇਨਸਪਾਇਰ ਕਰ ਰਿਹਾ ਫॉर ਬੈਟਰ ਟਾਈਮਸ ਟੂ ਕਮ। ਔਰ ਬਹੁਤ ਤੇਜ਼ੀ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਪੰਜਾਬ ਹੀ ਨਹੀਂ, ਸਾਰੇ ਇੰਡੀਆ ਦਾ ਲੈਂਡਸਕੇਪ ਅਗਲੇ 10 15 20 ਸਾਲਾਂ 'ਚ ਬਹੁਤ ਤੇਜ਼ੀ ਦੇ ਨਾਲ ਚੇਂਜ ਹੋਏਗਾ। ਜੀ ਜ਼ਰੂਰ। ਮੈਂ ਜ਼ਰੂਰ ਪੁੱਛਣਾ ਚਾਹੂੰਗਾ ਜਦਵੀਰ ਜੀ ਤੁਹਾਡੇ ਤੋਂ, ਗ੍ਰੈਂਡ ਓਲਡ ਪਾਰਟੀ 125 ਸਾਲ ਪੁਰਾਣੀ ਅਗਰ ਦੇਖਿਆ ਜਾਵੇ, ਕਾਂਗਰਸ ਪਾਰਟੀ ਦੀ ਮੈਂ ਗੱਲ ਕਰ ਰਿਹਾ, ਉਹ ਪਾਰਟੀ ਦਾ ਰੀਜ਼ਨ ਕਿਆ ਹੋ ਸਕਦਾ ਡਿਫੀਟ ਦਾ? ਅਕਾਲੀ ਦਲ ਉਹ ਵੀ 100 ਸਾਲ ਦੇ ਕਰੀਬ ਹੈਗੀ ਹੈ ਪਾਰਟੀ, ਉਹ ਇੱਕ ਕਾਰ ਵਾਲੀ ਪਾਰਟੀ ਬਣ ਕੇ ਰਹਿ ਚੁੱਕੀ ਹੈ, 3 ਉਹਨਾਂ ਦੇ ਕੈਂਡੀਡੇਟ, ਇੱਕ BSP ਦਾ ਕੈਂਡੀਡੇਟ। ਤੁਹਾਨੂੰ ਕੀ ਲੱਗਦਾ ਕਾਰਨ ਕੀ ਹੋ ਸਕਦਾ ਕਿ ਐਡੀ ਵੱਡੀ ਹਾਰ ਐਜ ਏ ਗ੍ਰੈਂਡ ਓਲਡ ਪਾਰਟੀ? ਦੋਨੋਂ ਕਾਡਰ ਬੇਸ ਪਾਰਟੀਆਂ ਹੈਗੀਆਂ, ਤੁਹਾਨੂੰ ਕੀ ਲੱਗਦਾ ਜੀ? ਨਹੀਂ ਦੇਖੋ, ਗ੍ਰੈਂਡ ਓਲਡ ਪਾਰਟੀ ਹੈ, ਬਟ ਵਾਟ ਡੂ ਯੂ ਹੈਵ ਟੂ ਆਫਰ ਟੂ ਮੀ? ਦੈਟ ਇਜ਼ ਮਾਈ ਕੀ ਕੁਐਸਚਨ। ਮੈਂ ਇਹੀ ਸਵਾਲ ਜਿਸ ਦਿਨ ਇੱਥੇ ਸਾਡੇ ਫੈਡਰਲ ਇਲੈਕਸ਼ਨਸ ਖਤਮ ਹੋਈਆਂ ਨੇ ਪਿਛਲੀਆਂ, ਨੈਕਸਟ ਡੇ ਆਈ ਵਾਸ ਐਟ ਡਾਊਨਟਾਊਨ ਵਨ ਫਰੰਟ ਸਟਰੀਟ ਜਿੱਥੇ ਕਿ CBC ਦਾ ਸਟੂਡੀਓ, ਮੈਂ ਅਗਲੇ ਦਿਨ ਉੱਥੇ ਸੀਗਾ। ਉਹਨਾਂ ਨੇ CBC ਮੇਰਾ ਆਰਟੀਕਲ ਹਜੇ ਵੀ ਛਪਿਆ ਉੱਥੇ, ਉਹਨਾਂ ਨੇ ਮੈਨੂੰ ਇੰਟਰਵਿਊ ਕਰ ਰਹੇ ਸੀ। ਉਹਨਾਂ ਨੇ ਪੁੱਛਿਆ ਕਿ ਦੱਸੋ ਜੀ ਕੰਜ਼ਰਵੇਟਿਵ ਪਾਰਟੀ ਹਾਰੀ ਕਿਉਂ? ਮੈਂ ਕਿਹਾ ਯੂ ਕੁਡ ਹੈਵ ਈਜ਼ਲੀ ਸਵੈਪਡ ਦ ਪੋਰਟਫੋਲੀਓਜ਼ ਆਫ ਦ ਕੰਜ਼ਰਵੇਟਿਵਸ ਐਂਡ ਦ ਲਿਬਰਲਸ। ਕੋਈ ਫਰਕ ਹੀ ਨਹੀਂ, ਪਤਾ ਨਹੀਂ ਲੱਗਣਾ ਸੀ ਕਿਸੇ ਨੂੰ, ਕੋਈ ਫਰਕ ਨਹੀਂ ਸੀਗਾ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ। ਜੋ ਮੈਨੀਫੈਸਟੋ ਸੀਗੇ ਇਹਨਾਂ ਦੇ ਬਿਲਕੁਲ ਸੇਮ ਸੀਗੇ ਲਿਬਰਲਸ ਔਰ ਕੰਜ਼ਰਵੇਟਿਵ ਦੇ। ਉਹ ਕਹਿੰਦੇ ਜੀ ਉਹ ਦੱਸ ਹੀ ਨਹੀਂ ਰਹੇ ਕਿ ਬਜਟ ਕਦੋਂ ਬੈਲੈਂਸ ਕਰਨਾ ਹੈ। ਤੁਸੀਂ ਕਹਿੰਦੇ ਹੋ ਜੇ ਅਸੀਂ 10 ਸਾਲ ਬਾਅਦ ਬੈਲੈਂਸ ਕਰਨਾ ਹੈ, ਤੇ ਫਿਰ ਕੰਜ਼ਰਵੇਟਿਵ ਵਿੱਚ ਫਰਕ ਕੀ ਹੋਇਆ? ਨਵੀਂ ਚੀਜ਼ ਦੱਸੋ ਨਾ, ਕੀ ਲੈ ਕੇ ਆ ਰਹੇ ਹੋ? ਕੋਈ ਇਮੀਗ੍ਰੇਸ਼ਨ ਪਾਲਿਸੀ ਕੋਈ ਕੰਜ਼ਰਵੇਟਿਵ ਦੀ ਨਵੀਂ ਸੀਗੀ, ਲਿਬਰਲ ਥੋੜੀ ਇਲੈਕਸ਼ਨ ਜਿੱਤੀ ਹੈ, ਇਹ ਤੇ ਕੰਜ਼ਰਵੇਟਿਵ ਇਲੈਕਸ਼ਨ ਆ ਰਹੇ ਨੇ, ਲਿਬਰਲ ਥੋੜੀ ਜਿੱਤੀ ਹੈ। ਇਹੀ ਗੱਲ ਮੈਂ ਅੱਜ ਇੱਥੇ ਕਹਿਣਾ। BJP ਦੀ ਬੁਰੀ ਹਾਲਤ ਸੀਗੀ ਉੱਤਰਾਖੰਡ ਦੇ ਵਿੱਚ, ਕੀ ਹਾਲਤ ਕਰ ਲਈ ਕਾਂਗਰਸ ਨੇ ਆਪਣੀ? BJP ਥੋੜੀ ਜਿੱਤੀ ਉੱਤਰਾਖੰਡ 'ਚ, BJP ਥੋੜੀ ਜਿੱਤੀ ਹੈ ਮਨੀਪੁਰ 'ਚ, BJP ਥੋੜੀ ਜਿੱਤੀ ਹੈ ਗੋਆ ਦੇ ਵਿੱਚ। ਇਹ ਤੇ ਜਦ ਕਾਂਗਰਸ ਸਾਰੀਆਂ ਜਗ੍ਹਾ ਦੇ ਉੱਤੇ, ਹਰੀਸ਼ ਰਾਵਤ ਉਹਨਾਂ ਦੇ ਨਾਲ ਆਖਰੀ ਮੌਕੇ ਦੇ ਉੱਤੇ ਦੇਖੋ, ਔਰ ਉੱਥੇ ਆਮ ਆਦਮੀ ਪਾਰਟੀ ਦਾ ਵੀ ਇਹੀ ਆਲਮ ਹੈ। ਆਮ ਆਦਮੀ ਪਾਰਟੀ ਕਰਨਲ ਸਾਹਿਬ ਨੂੰ ਤਾਂ ਆਖਰੀ ਮੌਕੇ ਤੇ ਲੈ ਕੇ ਆਈ ਹੈ ਵੀ ਕਰਨਲ ਸਾਹਿਬ ਸਾਡਾ ਚੀਫ ਮਿਨਿਸਟਰ ਕੈਂਡੀਡੇਟ ਹੈ। ਆਮ ਆਦਮੀ ਪਾਰਟੀ ਆਖਰੀ ਮੌਕੇ ਤੱਕ ਗੱਲ ਕਰਦੀ ਰਹੀ ਹੈਗੀ ਹੈ ਹਰੀਸ਼ ਰਾਵਤ ਦੇ ਨਾਲ ਕਿ ਤੁਸੀਂ ਆ ਜਾਓ। ਉਹ ਤਾਂ ਜਦ ਹਰੀਸ਼ ਰਾਵਤ ਨੇ ਓਪਨਲੀ ਕਹਿ ਦਿੱਤਾ ਕਿ ਮੈਂ ਗਾਂਧੀਵਾਦੀ ਹਾਂ ਤੇ ਮੈਂ ਕਾਂਗਰਸ ਦੇ ਨਾਲ ਰਹਿਣਾ ਹੈ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਹਰੀਸ਼ ਰਾਵਤ ਨੂੰ ਛੱਡਿਆ ਤੇ ਫਿਰ ਉਹ ਇੱਧਰ ਆਏ। ਉਧਰ ਉਹਨਾਂ ਦਾ ਤਾਂ ਕਦੇ ਧੰਮ ਨਹੀਂ, ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ BJP ਨੂੰ ਅਸੀਂ ਚੀਫ ਮਿਨਿਸਟਰ ਦਾ ਕੈਂਡੀਡੇਟ ਕਿਹੜਾ ਲਗਾਈਏ, ਨਾ ਆਮ ਆਦਮੀ ਪਾਰਟੀ ਨੂੰ ਸਮਝ ਆ ਰਿਹਾ ਸੀ। ਇਹਨਾਂ ਹਾਲਾਤਾਂ 'ਚ ਕਾਂਗਰਸ ਦੀ ਪਰਫਾਰਮੈਂਸ ਤੁਸੀਂ ਦੇਖੋ, what do you have to offer? You cannot keep on playing the victim card। ਤੁਸੀਂ ਲਖੀਮਪੁਰ ਖੇੜੀ ਦੇ ਇੰਸੀਡੈਂਟ ਨੂੰ ਲੈ ਕੇ ਗੱਡੀਆਂ ਲੈ ਕੇ ਤੁਸੀਂ ਪਹੁੰਚ ਗਏ ਉੱਥੇ ਫਟਾਫਟ ਕਾਫਲੇ ਦੇ ਵਿੱਚ। ਇੱਕ ਚੀਜ਼ ਬੜੀ ਇੰਪੋਰਟੈਂਟ ਹੈ,
ਜਿਹੜਾ ਲੋਕਾਂ ਲਈ ਹਮਦਰਦੀ ਹੈ ਨਾ, ਉਹ ਦਿਲੋਂ ਹੁੰਦੀ ਹੈ, ਦਿਲੋਂ। ਜੇ ਤੁਹਾਡੇ ਅੰਦਰ ਉਹ ਹਮਦਰਦੀ ਹੈ, ਜੇ ਤੁਹਾਡੇ ਅੰਦਰ ਉਹ ਆਈਡੀਆਜ਼ ਨੇ, ਫਿਰ ਤਾਂ ਤੁਸੀਂ ਕੁਝ ਕਰ ਸਕਦੇ ਹੋ। ਜੇ ਹਮਦਰਦੀ ਹੈ ਤਾਂ ਫਿਰ ਆਈਡੀਆਜ਼ ਵੀ ਨਹੀਂ ਆਉਣੇ, ਤੇ ਜੇ ਦਿਲੋਂ ਹਮਦਰਦੀ ਨਹੀਂ ਆ, ਆਈਡੀਆਜ਼ ਨਹੀਂ ਆਉਣੇ, ਤਾਂ ਲੋਕ ਤੁਹਾਡੇ ਨਾਲ ਕਨੈਕਟ ਵੀ ਨਹੀਂ ਹੋਣੇ। ਮਾਂ ਨੂੰ ਕਦੇ ਆਪਣੇ ਬੱਚੇ ਨਾਲ ਕਨੈਕਟ ਹੋਣ ਲਈ ਕੁਝ ਕਰਨਾ ਨਹੀਂ ਪੈਂਦਾ, ਉਹ ਹੋ ਜਾਂਦੀ ਹੈ। ਮਾਂ ਆਪਣੇ ਬੱਚੇ ਨਾਲ ਕਨੈਕਟ ਕਿਉਂ ਹੁੰਦੀ ਹੈ? ਕਿਉਂਕਿ ਹਮਦਰਦੀ, ਪਿਆਰ ਮਾਂ ਦਾ ਬੱਚੇ ਦੇ ਨਾਲ ਦਿਲੋਂ ਹੈ, ਤੇ ਆਪਣੇ ਆਪ ਮਾਂ ਨੂੰ ਆਈਡੀਆਜ਼ ਆਉਂਦੇ ਚਲੇ ਜਾਣੇ ਕਿ ਬੱਚੇ ਦੀ ਮੈਂ ਟੇਕ ਕੇਅਰ ਕਿੱਦਾਂ ਕਰਨੀ ਹੈ। ਇਸੇ ਤਰ੍ਹਾਂ ਜਿਹੜਾ ਫਾਦਰ ਹੈ ਬੱਚੇ ਦਾ, ਉਹਨੂੰ ਕਨੈਕਟ ਹੋਣ ਲਈ ਕੁਝ ਕਰਨਾ ਨਹੀਂ ਪੈਣਾ, ਉਹਦੇ ਫਿਊਚਰ ਦੇ ਬਾਰੇ ਸੋਚਦਾ ਰਹਿਣਾ ਹੈ, ਔਰ ਫਾਦਰ ਨੇ ਸਟੈਪ ਟੂ ਸਟੈਪ ਪਲੈਨਿੰਗ ਕਰਦੀ ਰਹਿਣੀ ਹੈ। ਜੇ ਲੀਡਰ ਆਪਣੇ ਕਨਸਟੀਟਿਊਐਂਟਸ ਬਾਰੇ ਇਹ ਸੋਚਦਾ ਰਹੇ ਕਿ ਮੈਂ ਸਭ ਕੁਝ ਕਰ ਸਕਾਂ, ਜੇ ਤੁਸੀਂ ਦੇਖੋ ਬੀਜੇਪੀ ਤਾਂ ਖੈਰ ਜਾਂ ਹੋਰ ਜਿਹੜੇ ਵਿਰੋਧੀ ਨੇ ਕਾਂਗਰਸ ਦੇ, ਹੋਰ ਬੜੀਆਂ ਗੱਲਾਂ ਵੀ ਕਰਦੇ ਨੇ, ਪਰ ਉਹਦੇ ਚਲੋ ਮੈਂ ਉਸ ਐਕਸਟੈਂਟ ਤੱਕ ਨਹੀਂ ਜਾਂਦਾ, ਪਰ ਕੁਝ ਸੱਚਾਈ ਵੀ ਹੈ। ਉਹ ਤਾਂ ਕਹਿੰਦੇ ਆ ਕਿ ਜੀ ਤੁਹਾਡਾ ਪਾਰਟ ਟਾਈਮ ਲੀਡਰ ਹੈ, ਤੁਸੀਂ ਪਾਰਟ ਟਾਈਮ ਪੋਲੀਟੀਸ਼ੀਅਨ ਥੋੜੀ ਹੋ ਸਕਦੇ ਹੋ। ਉੱਥੇ ਸੰਗਠਨ ਆਰਐਸਐਸ ਗਰਾਊਂਡ ਤੇ ਕੰਮ ਕਰ ਰਿਹਾ 24 ਘੰਟੇ, ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਉੱਥੇ ਸੰਗਠਨ ਉਹਨਾਂ ਦਾ ਕੰਮ ਕਰ ਰਿਹਾ ਹੈ। ਇਹ ਭਾਈ ਸਾਹਿਬ ਛੁੱਟੀਆਂ ਮਨਾਉਣ ਰਹਿੰਦੇ ਨੇ, ਅੱਧਾ ਟਾਈਮ ਛੁੱਟੀਆਂ ਮਨਾਉਂਦੇ ਨੇ। ਬੰਗਾਲ 'ਚ ਕਿੰਨੀਆਂ ਰੈਲੀਆਂ ਕੀਤੀਆਂ ਇਹਨਾਂ ਨੇ, ਪੁੱਛੋ ਇਹਨਾਂ ਨੂੰ। ਬੰਗਾਲ ਦੇ ਵਿੱਚ ਕਿੰਨੀਆਂ ਰੈਲੀਆਂ ਕੀਤੀਆਂ, ਬਿਹਾਰ 'ਚ ਇਲੈਕਸ਼ਨ ਸੀ ਉਦੋਂ ਕਿੰਨੀਆਂ ਰੈਲੀਆਂ ਕੀਤੀਆਂ। ਰਾਹੁਲ ਗਾਂਧੀ ਜੀ ਨੇ ਦਿਲੋਂ ਕੰਮ ਕਰਨਾ ਪੈਂਦਾ, ਦਿਲੋਂ ਨਾਲ ਜੁੜਨਾ ਪੈਂਦਾ, ਆਈਡੀਆਜ਼ ਲੈ ਕੇ ਚੱਲ ਪੈਂਦੇ ਨੇ। ਤੁਸੀਂ ਮੈਨੂੰ ਦੱਸੋ ਕੀ ਆਈਡੀਆ ਸੀਗਾ ਪੰਜਾਬ ਵਾਸਤੇ? ਕਾਂਗਰਸ ਦੀ ਹਾਰ ਦੇ ਤੁਸੀਂ ਕਾਰਨ ਪੁੱਛ ਰਹੇ ਹੋ। ਜਿਹੜੀ ਪਾਰਟੀ ਨੂੰ ਇਹ ਨਹੀਂ ਸਮਝ ਆਈ ਵੀ 4.5 ਸਾਲ ਬਾਅਦ ਅਸੀਂ ਇੱਕ ਚੀਫ ਮਿਨਿਸਟਰ ਨੂੰ ਲਾਉਣ ਲੱਗੇ ਹਾਂ, ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਅਸੀਂ ਉਹਨੂੰ ਆਪਣੇ ਖਿਲਾਫ ਕਰ ਰਹੇ ਹਾਂ, ਉਹ ਸਾਰਾ ਟਾਈਮ ਸਾਡੇ ਖਿਲਾਫ ਰਹੇਗਾ। ਜਾਂ ਤਾਂ ਉਹਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਬਣਾ ਦਿਓ ਵੀ ਇੱਕ ਵਾਰੀ ਜ਼ੋਰ ਲਾ ਕੇ ਦੇਖ ਲੈ ਭਾਈ, ਜਾਂ ਫਿਰ ਉਹਨੂੰ ਪਾਰਟੀ ਤੋਂ ਬਾਹਰ ਕੱਢੋ। ਦੋ ਤੇ ਵਿੱਚ ਦਾ ਰਸਤਾ ਕੋਈ ਨਹੀਂ ਸੀਗਾ ਕਾਂਗਰਸ ਵਾਸਤੇ। ਜਾਂ ਤੇ ਉਹਨੂੰ ਬਣਾਉਂਦੇ ਵੀ ਚੀਫ ਮਿਨਿਸਟਰ ਦੇ ਕੈਂਡੀਡੇਟ ਹੋ ਸਿੱਧੂ ਸਾਹਿਬ, ਜਿੱਤ ਵੀ ਤੁਹਾਡੀ ਤੇ ਹਾਰ ਦਾ ਸਿਹਰਾ ਵੀ ਤੁਹਾਡੇ ਸਿਰ ਪੈਣਾ ਹੈ। ਲਾ ਦਿਓ ਜ਼ੋਰ ਇੱਕ ਵਾਰ ਸਿੱਧੂ ਸਾਹਿਬ, ਫਿਰ ਦੇਖੋ ਕੀ ਹੁੰਦਾ, ਠੀਕ ਹੈ। ਫਿਰ ਤੇ ਸਿੱਧੂ ਸਾਹਿਬ ਕੰਮ ਕਰਦੇ ਜ਼ੋਰ ਲਾਉਂਦੇ। ਜਾਂ ਤੁਸੀਂ ਸਿੱਧੂ ਸਾਹਿਬ ਨੂੰ ਬਾਹਰ ਕੱਢ ਦਿਓ ਵੀ ਸਿੱਧੂ ਸਾਹਿਬ ਬਾਹਰ। ਸਿੱਧੂ ਸਾਹਿਬ ਤੇ ਰੋਜ਼ ਤੁਹਾਡੇ ਪ੍ਰਧਾਨ ਕੈਂਪੇਨ ਕਰ ਨਹੀਂ ਰਹੇ, ਰੋਜ਼ ਤੁਹਾਡੇ ਅੰਦਰ ਬੈਠ ਕੇ ਤੁਹਾਡੇ ਖਿਲਾਫ ਸਾਜ਼ਿਸ਼ਾਂ ਚੱਲ ਰਹੀਆਂ, ਤੁਹਾਡੇ ਖਿਲਾਫ ਸਾਰਾ ਕੁਝ ਹੋ ਰਿਹਾ। ਤਾਂ ਨਹੀਂ, ਕਾਂਗਰਸ ਪਾਰਟੀ ਦੇ ਕੋਲ ਕੁਝ ਨਿਆ ਨਹੀਂ ਸੀ ਆਫਰ ਕਰਨ ਲਈ। 172 ਰੈਲੀਜ਼ ਕੀਤੀਆਂ ਪ੍ਰਿਯੰਕਾ ਗਾਂਧੀ ਜੀ ਨੇ। ਨਿਆ ਕੀ ਹੈ? ਕੁਝ ਵੀ ਨਹੀਂ ਤੁਹਾਡੇ ਕੋਲ। ਵਾਟ ਯੂ ਹੈਵ ਨਿਊ ਟੂ ਆਫਰ? ਸੋ ਲੋਕਾਂ ਦੀ ਕਿਤੇ ਨਾ ਕਿਤੇ, ਲੋਕਾਂ ਨੂੰ ਅੱਜ ਦਿੱਕਤਾਂ ਨੇ। ਤੁਹਾਨੂੰ ਕੀ ਲੱਗਦਾ ਹੈ ਸਾਰਾ ਕੁਝ ਉੱਤਰਾਖੰਡ 'ਚ ਠੀਕ ਕਰ ਦਿੱਤਾ ਬੀਜੇਪੀ ਨੇ? ਤੁਹਾਨੂੰ ਕੀ ਲੱਗਦਾ ਹੈ ਯੂਪੀ ਸਾਰਾ ਕੁਝ ਠੀਕ ਕਰ ਦਿੱਤਾ ਬੀਜੇਪੀ ਨੇ? ਨੋ, ਕੁਝ ਚੀਜ਼ਾਂ ਚੰਗੀਆਂ ਹੋਈਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਕੁਝ ਚੀਜ਼ਾਂ ਚੰਗੀਆਂ ਹੋਈਆਂ ਨੇ, ਬਟ ਸਟਿਲ ਲੋਟ ਹੈਡ ਟੂ ਬੀ ਡਨ। ਉਹ ਨਹੀਂ ਕੀਤਾ ਇਹਨਾਂ ਨੇ। ਤੁਸੀਂ ਲੋਕਾਂ ਦਾ ਗੁੱਸਾ ਆ ਅਨਇੰਪਲੋਇਮੈਂਟ ਲਈ, ਪਰ ਤੁਸੀਂ ਕੀ ਲਿਆ ਰਹੇ ਹੋ ਬੇਰੋਜ਼ਗਾਰੀ ਲਈ? ਦੱਸੋ। ਲੋਕਾਂ ਦਾ ਗੁੱਸਾ ਹੈ ਮਹਿੰਗਾਈ ਵਾਸਤੇ, ਤੁਹਾਡੇ ਕੋਲ ਕੀ ਆਫਰ ਹੈਗਾ? ਤੁਸੀਂ ਕੀ ਦੇਣਾ ਚਾਹੁੰਦੇ ਹੋ? ਕੁਛ ਨਹੀਂ ਤੁਸੀਂ ਦੱਸ ਰਹੇ। ਜੇ ਲੋਕੀ ਬਾਹੂਬਲੀ ਤਾਕਤਾਂ ਨਾਲ ਦੁਖੀ ਹੈ, ਤੁਸੀਂ ਬਾਹੂਬਲੀ ਤਾਕਤਾਂ ਨੂੰ, ਤੁਹਾਡੇ ਲਈ ਕੀ ਸੋਲੂਸ਼ਨ ਹੈ? ਉੱਤਰ ਪ੍ਰਦੇਸ਼ ਸੋਲੂਸ਼ਨ ਕੁਝ ਵੀ ਨਹੀਂ ਹੈ ਤੁਹਾਡੇ ਕੋਲ। ਸੋ ਇਹਨਾਂ ਕੋਲ ਸੋਲੂਸ਼ਨਸ ਨਹੀਂ ਹੈ, ਦੇ ਆਰ ਰਨਿੰਗ ਆਊਟ ਆਫ ਸੋਲੂਸ਼ਨਸ। ਜਦੋਂ ਤੱਕ ਤੁਸੀਂ ਸੋਲੂਸ਼ਨਸ ਆਫਰ ਨਹੀਂ ਕਰੋਗੇ, ਉਸ ਵੇਲੇ ਤੱਕ ਦੇ ਨਾਲ ਕਨੈਕਟ ਨਹੀਂ ਕਰ ਸਕੋਗੇ। ਉਹ ਕਿਸੇ ਪਿੱਟੇ ਵਾਅਦੇ, ਕਿਸੇ ਪਿੱਟੇ ਦਾਅਵੇ ਕਾਂਗਰਸ ਨੂੰ ਪਿੱਛੇ ਲੈ ਕੇ ਜਾ ਰਹੇ ਨੇ, ਔਰ ਕਾਂਗਰਸ ਪਾਰਟੀ ਹੁਣ ਸਿਮਟਦੀ ਜਾ ਰਹੀ ਹੈ। ਤੁਸੀਂ ਇਸ ਉਮੀਦ ਨਹੀਂ ਰਹਿ ਸਕਦੇ ਕਿ ਬੀਜੇਪੀ ਕੋ ਗਲਤੀ ਕਰੇ ਤਾਂ ਫਿਰ ਅਸੀਂ ਜਿੱਤੀਏ। ਨਹੀਂ, ਉਹ ਕਾਂਗਰਸ ਇਸ ਉਮੀਦ ਦੇ ਵਿੱਚ ਹੈਗੀ, ਹੋਰ ਕੁਝ ਨਹੀਂ ਕਾਂਗਰਸ ਕੋਲ।